ਅੱਜ ਮੈਂ ਆਪਣੀ ਕਲਾਸ ਵਿੱਚ ਸੌਂ ਰਹੀ ਸੀ। ਬਹੁਤ ਦਿਨਾਂ ਤੋਂ ਮੇਰੇ ਨਾਲ ਇਦਾਂ ਹੀ ਹੋ ਰਿਹਾ ਸੀ। ਮੇਰੀ ਟੀਚਰ ਕਲਾਸ ਵਿੱਚ ਆ ਕੇ ਕੁਝ ਪੜ੍ਹਾਉਣ ਲੱਗੀ ਤਾਂ ਮੈਨੂੰ ਇੱਕਦਮ ਨੀਂਦ ਆ ਜਾਂਦੀ। ਮੈਂ ਬਹੁਤ ਕੋਸ਼ਿਸ਼ ਕਰਦੀ ਕਿ ਨਾ ਸੌਵਾਂ, ਪਰ ਮੈਂ ਸੌਂ ਜਾਂਦੀ ਸੀ। ਮੇਰੀ ਟੀਚਰ ਇਹ ਸਭ ਨੋਟ ਕਰ ਰਹੀ ਸੀ ਕਿ ਜੋ ਕੁੜੀ ਕਲਾਸ ਵਿੱਚ ਹਮੇਸ਼ਾ ਫਸਟ ਆਉਂਦੀ ਹੈ, ਉਸਦਾ ਧਿਆਨ ਪੜ੍ਹਾਈ ਵਿੱਚ ਨਹੀਂ ਸੀ। ਇੱਕ ਦਿਨ ਮੇਰੀ ਟੀਚਰ ਨੇ ਮੈਨੂੰ ਪੁੱਛ ਹੀ ਲਿੱਤਾ ਕਿ ਤੈਨੂੰ ਕੀ ਪਰੇਸ਼ਾਨੀ ਹੈ, ਹੁਣ ਤੂੰ ਆਪਣੀ ਪੜ੍ਹਾਈ 'ਤੇ ਧਿਆਨ ਕਿਉਂ ਨਹੀਂ ਦਿੰਦੀ? ਟੀਚਰ ਦੇ ਸਵਾਲ ਦੇ ਉੱਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਕਿਹਾ ਕਿ ਮੈਨੂੰ ਖੁਦ ਨਹੀਂ ਪਤਾ ਕਿ ਮੈਂ ਕਲਾਸ ਵਿੱਚ ਕਿਉਂ ਸੌਂ ਜਾਂਦੀ ਹਾਂ। ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਕਲਾਸ ਵਿੱਚ ਨੀਂਦ ਨਾ ਆਵੇ, ਪਰ ਪਤਾ ਨਹੀਂ ਕਿੱਦਾਂ ਅਚਾਨਕ ਮੇਰੀ ਅੱਖ ਲੱਗ ਜਾਂਦੀ ਹੈ। ਟੀਚਰ ਨੇ ਕਿਹਾ ਕਿ ਤੇਰੇ ਘਰ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਹੈ? ਮੈਂ ਉਹਨਾਂ ਨੂੰ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਕਿ ਮੇਰੇ ਪਾਪਾ ਦੀ ਮੌਤ ਹੋ ਚੁੱਕੀ ਹੈ ਤੇ ਮੇਰੀ ਮਾਂ ਨੇ ਸਾਰਾ ਘਰ ਸੰਭਾਲ ਲਿਆ ਹੈ। ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਸਾਡੇ ਘਰ ਵਿੱਚ ਕਿਸੇ ਦੀ ਕੋਈ ਚਿੰਤਾ ਵੀ ਨਹੀਂ ਹੈ। ਤੇ ਕਿਹਾ ਚਲੋ ਠੀਕ ਹੈ, ਆਪਣੀ ਸੀਟ ਤੇ ਬੈਠੋ। ਅੱਗੇ ਤੋਂ ਧਿਆਨ ਰੱਖਣਾ, ਕਲਾਸ ਵਿੱਚ ਸੌਣਾ ਨਹੀਂ ਹੈ। ਮੈਂ ਵੀ ਆਪਣੀ ਟੀਚਰ ਨਾਲ ਵਾਅਦਾ ਕਰ ਲਿਆ ਸੀ, ਪਰ ਮੈਂ ਆਪਣੇ ਵਾਅਦੇ ਤੇ ਪੂਰੀ ਨਹੀਂ ਉਤਰੀ। ਅਗਲੇ ਦਿਨ ਮੈਂ ਫਿਰ ਸੌਂ ਗਈ। ਮੇਰੀ ਟੀਚਰ ਨੇ ਮਜਬੂਰ ਹੋ ਕੇ ਮੈਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਸੀ, ਪਰ ਮੈਂ ਕੀ ਕਰਦੀ, ਮੈਨੂੰ ਨੀਂਦ ਆ ਜਾਂਦੀ ਸੀ। ਹੁਣ ਇਹ ਰੋਜ਼ ਦਾ ਕੰਮ ਹੋ ਗਿਆ ਸੀ। ਮੈਨੂੰ ਕਲਾਸ ਵਿੱਚ ਨੀਂਦ ਆ ਜਾਂਦੀ ਸੀ। ਟੀਚਰ ਨੇ ਕਿਹਾ ਕਿ ਕੱਲ੍ਹ ਨੂੰ ਆਪਣੀ ਮਾਂ ਨੂੰ ਸਕੂਲ ਲੈ ਕੇ ਆਈਂ। ਇਹ ਗੱਲ ਸੁਣ ਕੇ ਮੈਂ ਡਰ ਗਈ ਸੀ ਕਿ ਨਾ ਜਾਣੇ ਮਾਂ ਮੇਰੇ ਨਾਲ ਕਿਹੋ ਜਿਹਾ ਵਰਤਾਵ ਕਰੂਗੀ, ਪਰ ਟੀਚਰ ਦਾ ਮੈਸੇਜ ਵੀ ਮਾਂ ਨੂੰ ਦੇਣਾ ਜ਼ਰੂਰੀ ਸੀ। ਮੈਂ ਮਾਂ ਨੂੰ ਕਿਹਾ ਕਿ ਮੇਰੀ ਟੀਚਰ ਨੇ ਤੁਹਾਨੂੰ ਸਕੂਲ ਬੁਲਾਇਆ ਹੈ। ਮੇਰੀ ਗੱਲ ਸੁਣਦੇ ਹੀ ਮਾਂ ਦੇ ਮੱਥੇ ਤੇ ਵਲ ਪੈ ਗਏ ਤੇ ਕਹਿਣ ਲੱਗੀ, ਕੀ ਗੱਲ ਨਿਧੀ, ਤੂੰ ਸਕੂਲ ਵਿੱਚ ਕੋਈ ਸ਼ੈਤਾਨੀ ਤਾਂ ਨਹੀਂ ਕੀਤੀ? ਮੇਰੀ ਮਾਂ ਨੇ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਤੇ ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ। ਫਿਰ ਤੂੰ ਅਜਿਹਾ ਕੀ ਕੀਤਾ ਕਿ ਮੈਨੂੰ ਸਕੂਲ ਜਾਣ ਦੀ ਨੌਬਤ ਆ ਗਈ? ਮੈਂ ਕਿਹਾ, ਮਾਂ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਿਉਂ ਬੁਲਾਇਆ ਹੈ, ਜਦੋਂ ਕਿ ਮੈਨੂੰ ਸਭ ਕੁਝ ਪਤਾ ਸੀ ਕਿ ਟੀਚਰ ਨੇ ਮਾਂ ਨੂੰ ਇਸ ਲਈ ਬੁਲਾਇਆ ਹੈ ਤਾਂ ਕਿ ਉਹ ਦੱਸ ਸਕੇ ਕਿ ਮੈਂ ਸਕੂਲ ਵਿੱਚ ਸੌਂਦੀ ਰਹਿੰਦੀ ਹਾਂ। ਪਰ ਮੈਂ ਆਪਣੀ ਮਾਂ ਦੇ ਸਾਹਮਣੇ ਅਣਜਾਣ ਬਣ ਗਈ ਸੀ। ਮਾਂ ਨੇ ਕਿਹਾ, ਨਿਧੀ, ਤੂੰ ਜਾਣਦੀ ਹੈ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ, ਤੈਨੂੰ ਇੱਕ ਚੰਗੇ ਸਕੂਲ ਵਿੱਚ ਪੜ੍ਹਾ ਰਹੀ ਹਾਂ, ਤੇਰੀ ਹਰ ਜ਼ਰੂਰਤ ਪੂਰੀ ਕਰਦੀ ਹਾਂ, ਤੇ ਹੁਣ ਜੇ ਮੈਂ ਕੰਮ ਛੱਡ ਕੇ ਸਕੂਲ ਦੇ ਚੱਕਰ ਲਾਉਂਗੀ ਤਾਂ ਆਪਾਂ ਰੋਟੀ ਕਿੱਥੋਂ ਖਾਵਾਂਗੇ? ਤੂੰ ਆਪਣੀ ਟੀਚਰ ਨੂੰ ਕਹੀਂ ਮੇਰੀ ਮਾਂ ਬਿਮਾਰ ਹੈ, ਸਕੂਲ ਨਹੀਂ ਆ ਸਕਦੀ। ਜੋ ਤੁਸੀਂ ਕਹਿਣਾ ਹੈ ਮੈਨੂੰ ਦੱਸ ਦਿਓ, ਮੈਂ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦੇਵਾਂਗੀ। ਫਿਰ ਤੂੰ ਕੱਲ੍ਹ ਆ ਕੇ ਮੈਨੂੰ ਸਭ ਕੁਝ ਦੱਸ ਦੇਵੀਂ। ਮੈਂ ਸਿਰ ਹਿਲਾ ਦਿੱਤਾ ਸੀ। ਮੈਨੂੰ ਖੁਸ਼ੀ ਹੋਈ ਸੀ ਕਿ ਮਾਂ ਸਕੂਲ ਨਹੀਂ ਜਾ ਰਹੀ ਸੀ। ਅਗਲੇ ਦਿਨ ਜਦੋਂ ਟੀਚਰ ਨੇ ਮੈਨੂੰ ਪੁੱਛਿਆ ਕਿ ਤੇਰੀ ਮਾਂ ਸਕੂਲ ਕਿਉਂ ਨਹੀਂ ਆਈ, ਤਾਂ ਮੈਂ ਟੀਚਰ ਨੂੰ ਕਹਿ ਦਿੱਤਾ ਕਿ ਮੇਰੀ ਮਾਂ ਬਿਮਾਰ ਹੈ। ਟੀਚਰ ਨੇ ਕਿਹਾ ਕਿ ਕੱਲ੍ਹ ਉਹਨਾਂ ਨੂੰ ਕਹੀਂ ਮੈਨੂੰ ਆ ਕੇ ਮਿਲ ਜਾਣ, ਮੈਂ ਉਹਨਾਂ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਅੱਜ ਫਿਰ ਮੈਂ ਘਰ ਜਾ ਕੇ ਮਾਂ ਨੂੰ ਟੀਚਰ ਦਾ ਸੁਨੇਹਾ ਦਿੱਤਾ ਸੀ, ਪਰ ਮੇਰੀ ਮਾਂ ਕੋਈ ਨਾ ਕੋਈ ਬਹਾਨਾ ਬਣਾ ਲੈਂਦੀ ਸੀ ਤੇ ਇਹ ਗੱਲ ਹੁੰਦੇ-ਹੁੰਦੇ ਪ੍ਰਿੰਸੀਪਲ ਕੋਲ ਪਹੁੰਚ ਗਈ ਸੀ। ਉਹਨਾਂ ਨੇ ਮੈਨੂੰ ਆਪਣੇ ਦਫ਼ਤਰ 'ਚ ਬੁਲਾਇਆ ਤੇ ਕਹਿਣ ਲੱਗੀ, ਨਿਧੀ, ਤੁਸੀਂ ਬਹੁਤ ਵਧੀਆ ਸਟੂਡੈਂਟ ਹੋ, ਸਾਨੂੰ ਤੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ, ਪਰ ਹੁਣ ਤੂੰ ਦੱਸ, ਤੂੰ 8ਵੀਂ ਕਲਾਸ ਵਿੱਚ ਹੋ ਗਈ ਹੈ, ਕੀ ਖਾਸੀ ਸਮਝਦਾਰ ਕੁੜੀ ਹੈ, ਫਿਰ ਤੂੰ ਕਿਉਂ ਤੇਰੀ ਤਰਫ ਤੋਂ ਸ਼ਿਕਾਇਤਾਂ ਆਉਣ ਲੱਗੀਆਂ? ਜਦੋਂ ਤੈਨੂੰ ਕਹਿੰਦੇ ਹਾਂ ਕਿ ਮਾਂ ਨੂੰ ਸਕੂਲ ਲੈ ਕੇ ਆ ਤਾਂ ਤੂੰ ਲੈ ਕੇ ਨਹੀਂ ਆਉਂਦੀ। ਮੈਨੂੰ ਦੱਸ ਕੀ ਪਰੇਸ਼ਾਨੀ ਹੈ? ਮੈਂ ਕਿਹਾ, ਮੈਡਮ, ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ, ਮੇਰੇ ਪਾਪਾ ਨਹੀਂ ਹਨ ਤਾਂ ਜੋ ਮੈਨੂੰ ਸਕੂਲ 'ਚ ਪੜ੍ਹਾ ਸਕਣ। ਮੇਰੀ ਸਾਰੀ ਜ਼ਰੂਰਤਾਂ ਮੇਰੀ ਮਾਂ ਪੂਰੀਆਂ ਕਰਦੀ ਹੈ, ਇਸ ਲਈ ਉਹ ਸਕੂਲ ਨਹੀਂ ਆ ਸਕਦੀ ਕਿਉਂਕਿ ਉਸ ਨੂੰ ਛੁੱਟੀ ਨਹੀਂ ਮਿਲਦੀ। ਜੇ ਉਹਨਾਂ ਤੋਂ ਬਿਨਾਂ ਪੁੱਛੇ ਮਾਂ ਛੁੱਟੀ ਕਰ ਲਊਗੀ ਤਾਂ ਉਸ ਨੂੰ ਕੰਮ ਤੋਂ ਕੱਢ ਦੇਣਗੇ। ਮੈਡਮ ਨੇ ਕਿਹਾ, ਠੀਕ ਹੈ, ਚਲੋ ਜੇ ਤੁਹਾਡੀ ਮਾਂ ਨਹੀਂ ਆ ਸਕਦੀ, ਸਮਝੋ ਕਿ ਮੈਂ ਤੇਰੀ ਮਾਂ ਹਾਂ। ਮੈਨੂੰ ਦੱਸ, ਕੀ ਤੈਨੂੰ ਕੋਈ ਪਰੇਸ਼ਾਨੀ ਹੈ? ਕੀ ਕੋਈ ਗੱਲ ਹੈ ਜਿਹਦੀ ਵਜ੍ਹਾ ਨਾਲ ਤੂੰ ਠੀਕ ਤਰ੍ਹਾਂ ਸੌਂ ਨਹੀਂ ਪਾਉਂਦੀ ਤੇ ਤੇਰਾ ਧਿਆਨ ਕਲਾਸ ਵਿੱਚ ਕਿੱਥੇ ਹੁੰਦਾ ਹੈ? ਮੈਂ ਕਿਹਾ, ਮੈਡਮ, ਪਤਾ ਨਹੀਂ ਕੀ ਗੱਲ ਹੈ, ਮੈਨੂੰ ਅੱਜ ਕੱਲ੍ਹ ਨੀਂਦ ਬਹੁਤ ਆਉਂਦੀ ਹੈ, ਜਦੋਂ ਕਿ ਮੈਂ ਖੁਦ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਜਾਗਦੀ ਰਹਾਂ। ਮੈਡਮ ਨੇ ਸਿਰ ਹਿਲਾਇਆ ਤੇ ਕਹਿਣ ਲੱਗੀ, ਚੰਗਾ, ਮੈਨੂੰ ਇਹ ਦੱਸ, ਤੂੰ ਘਰ ਜਾ ਕੇ ਕੀ-ਕੀ ਕਰਦੀ ਹੈ? ਮੈਂ ਕਿਹਾ ਕਿ ਮੈਂ ਸਕੂਲ ਤੋਂ ਜਾ ਕੇ 2 ਘੰਟੇ ਆਰਾਮ ਕਰਦੀ ਹਾਂ। ਮੇਰੀ ਮਾਂ ਘਰਾਂ ਦਾ ਕੰਮ ਕਰਕੇ ਆਉਂਦੀ ਹੈ ਤੇ ਮੈਨੂੰ ਜਗਾਉਂਦੀ ਹੈ ਤੇ ਫਿਰ ਮੈਂ ਟਿਊਸ਼ਨ ਜਾਂਦੀ ਹਾਂ। ਉੱਥੋਂ ਆ ਕੇ ਮੈਂ ਟੀਵੀ ਦੇਖਦੀ ਹਾਂ ਤੇ 9 ਵਜੇ ਸੌਂ ਜਾਂਦੀ ਹਾਂ। ਮੈਡਮ ਨੇ ਕਿਹਾ, ਰਾਤ ਨੂੰ ਕਿੰਨੀ ਵਾਰੀ ਉੱਠਦੀ ਹੈ?
ਤਾਂ ਮੇਰੇ ਦਿਮਾਗ ਵਿੱਚ ਇੱਕਦਮ ਨਾਲ ਗੱਲ ਆਈ। ਮੈਂ ਕਿਹਾ, ਮੈਡਮ, ਮੇਰੀ ਮਾਂ ਮੈਨੂੰ ਰਾਤ ਨੂੰ ਉਠਾ ਕੇ ਜੂਸ ਲਿਆਉਣ ਨੂੰ ਕਹਿੰਦੀ ਹੈ। ਮੈਡਮ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ। ਮੈਡਮ ਨੇ ਕਿਹਾ ਕਿ ਤੇਰੀ ਮਾਂ ਨੂੰ ਇਸ ਸਮੇਂ ਜੂਸ ਦੀ ਕੀ ਜ਼ਰੂਰਤ ਪੈ ਜਾਂਦੀ ਹੈ। ਮੇਰਾ ਤਾਂ ਦਿਮਾਗ ਬਿਲਕੁਲ ਹੀ ਖਾਲੀ ਹੋ ਗਿਆ ਸੀ। ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਰਾਤ ਦੇ ਸਮੇਂ ਮੈਂ ਬਹੁਤ ਜ਼ਿਆਦਾ ਗੂੜ੍ਹੀ ਨੀਂਦ ਵਿੱਚ ਸੌਈ ਹੁੰਦੀ ਸੀ। ਜਦੋਂ ਮੇਰੀ ਮਾਂ ਮੈਨੂੰ ਉਠਾ ਦਿੰਦੀ ਸੀ, ਮੈਂ ਨੀਂਦ ਦੀ ਹਾਲਤ ਵਿੱਚ ਹੀ ਜੂਸ ਲੈ ਕੇ ਆਉਂਦੀ ਤਾਂ ਮਾਂ ਦਾ ਕਮਰਾ ਬੰਦ ਮਿਲਦਾ ਸੀ। ਰਾਤ ਬਹੁਤ ਜ਼ਿਆਦਾ ਹੁੰਦੀ ਤੇ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੁੰਦੀ ਸੀ। ਇਸ ਲਈ ਮੈਂ ਕਦੀ ਇਹਨਾਂ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਜਿਹਾ ਕਿਉਂ ਹੁੰਦਾ ਹੈ, ਅਤੇ ਨਾ ਹੀ ਮਾਂ ਤੋਂ ਇਸ ਬਾਰੇ ਕਦੇ ਪੁੱਛਿਆ ਸੀ। ਅਸਲ ਵਿੱਚ ਮੇਰੀ ਮਾਂ ਦੀ ਤਬੀਅਤ ਖਰਾਬ ਰਹਿੰਦੀ। ਉਸ ਨੂੰ ਅਚਾਨਕ ਭੁੱਖ ਲੱਗ ਜਾਂਦੀ ਸੀ। ਇਸ ਲਈ ਮੈਂ ਉਹਨਾਂ ਲਈ ਜੂਸ ਲੈਣ ਜਾਂਦੀ ਹਾਂ। ਮੈਡਮ ਨੇ ਕਿਹਾ, ਜੂਸ ਦੀ ਥਾਂ ਕੋਈ ਬਿਸਕਿਟ ਵਗੈਰਾ ਖਾ ਲਿਆ ਕਰਨ, ਇੰਨੀ ਰਾਤ ਤੈਨੂੰ ਨਾ ਜਗਾਉਣ। ਮੈਂ ਜਲਦੀ ਨਾਲ ਕਿਹਾ, ਮੈਡਮ, ਇਸ ਗੱਲ ਦਾ ਹੱਲ ਤਾਂ ਮੈਂ ਜ਼ਰੂਰ ਕੱਢਾਂਗੀ। ਹੁਣ ਮੈਂ ਆਪਣੀ ਕਲਾਸ ਵਿੱਚ ਆ ਗਈ ਸੀ, ਪਰ ਮੇਰਾ ਧਿਆਨ ਮਾਂ ਵੱਲ ਹੋ ਗਿਆ ਸੀ ਤੇ ਮੈਂ ਘਰ ਵੀ ਇਹੀ ਖਿਆਲਾਂ ਵਿੱਚ ਖੋਈ ਹੋਈ ਸੀ ਕਿ ਆਖਰ ਅਜਿਹਾ ਮੇਰੀ ਮਾਂ ਕਿਉਂ ਕਰਦੀ ਸੀ। ਫਿਰ ਮਾਂ ਨੇ ਮੈਨੂੰ ਅੱਜ ਇਹ ਵੀ ਨਹੀਂ ਪੁੱਛਿਆ ਕਿ ਤੇਰੀ ਟੀਚਰ ਨੇ ਕੀ ਕਿਹਾ। ਆਪਣੇ ਆਪ ਹੀ ਮਾਂ ਕੋਲ ਜਾ ਕੇ ਬੈਠ ਗਈ ਤੇ ਕਿਹਾ ਕਿ ਮਾਂ, ਅੱਜ ਵੀ ਮੇਰੀ ਟੀਚਰ ਮੈਨੂੰ ਪੁੱਛ ਰਹੀ ਸੀ ਕਿ ਤੂੰ ਹਰ ਰੋਜ਼ ਕਲਾਸ ਵਿੱਚ ਕਿਉਂ ਸੌਂ ਜਾਂਦੀ ਹੈ, ਕਿ ਤੇਰੀ ਨੀਂਦ ਪੂਰੀ ਨਹੀਂ ਹੁੰਦੀ। ਮਾਂ ਨੇ ਮੇਰੇ ਵੱਲ ਦੇਖਿਆ ਤੇ ਗੁੱਸੇ ਵਿੱਚ ਕਿਹਾ, ਤੇਰੀ ਨੀਂਦ ਕਿਉਂ ਨਹੀਂ ਪੂਰੀ ਹੁੰਦੀ? ਮੈਂ ਕਿਹਾ, ਮਾਂ, ਤੁਸੀਂ ਮੈਨੂੰ ਹਰ ਰਾਤ ਜੂਸ ਲੈਣ ਲਈ ਭੇਜ ਦਿੰਦੇ ਹੋ। ਮੈਂ ਜਾਗ ਜਾਂਦੀ ਹਾਂ ਤੇ ਮੇਰੀ ਨੀਂਦ ਖਰਾਬ ਹੋ ਜਾਂਦੀ ਹੈ। ਇਹ ਗੱਲ ਸੁਣ ਕੇ ਮੇਰੀ ਮਾਂ ਮੈਨੂੰ ਘੂਰਨ ਲੱਗੀ ਤੇ ਕਹਿਣ ਲੱਗੀ, ਜੇ ਇੰਨਾ ਜਿਹਾ ਕੰਮ ਵੀ ਤੈਨੂੰ ਬੋਝ ਲੱਗਦਾ ਤਾਂ ਨਾ ਕਰਿਆ ਕਰ। ਜੂਸ ਫਰਿੱਜ ਚੋਂ ਹੀ ਕੱਢਣਾ ਹੁੰਦਾ ਹੈ। ਤੂੰ ਇਸ ਦੇ ਲਈ ਇੰਨਾ ਵੱਡਾ ਬਹਾਨਾ ਬਣਾ ਲਿਆ। ਮੈਂ ਪਰੇਸ਼ਾਨ ਹੋ ਗਈ ਸੀ, ਮਾਂ ਦੇ ਵੱਲ ਦੇਖ ਰਹੀ ਸੀ। ਮਾਂ ਕਹਿਣ ਲੱਗੀ, ਤੂੰ ਫਿਕਰ ਨਾ ਕਰ, ਮੈਂ ਤੈਨੂੰ ਇਸ ਸਕੂਲ ਚੋਂ ਕੱਢ ਕੇ ਕਿਸੇ ਦੂਜੇ ਸਕੂਲ ਵਿੱਚ ਐਡਮਿਸ਼ਨ ਕਰਵਾ ਦੇਵਾਂਗੀ। ਮੈਂ ਸੋਚ ਲਿਆ ਹੈ ਕਿ ਇਹ ਮੁਹੱਲਾ ਛੱਡ ਦੇਵਾਂਗੀ। ਨਾ ਹੀ ਇਸ ਮੁਹੱਲੇ ਵਿੱਚ ਅਸੀਂ ਘਰ ਨਹੀਂ ਲਵਾਂਗੇ। ਮੈਂ ਕਿਸੇ ਚੰਗੇ ਸਕੂਲ ਵਿੱਚ ਪੜ੍ਹਾਵਾਂ। ਹੈਰਾਨੀ ਨਾਲ ਦੇਖਿਆ। ਉਸ ਨੂੰ ਕਹਿਣ ਲੱਗੀ, ਮਾਂ, ਸਾਡਾ ਖਰਚਾ ਮੁਸ਼ਕਲ ਨਾਲ ਪੂਰਾ ਹੁੰਦਾ ਹੈ। ਅਸੀਂ ਇਸ ਹਾਲਤ ਵਿੱਚ ਨਵਾਂ ਘਰ ਕਿੱਥੇ ਲਵਾਂਗੇ? ਮਾਂ ਕਹਿਣ ਲੱਗੀ, ਇਹ ਤੇਰੀ ਸਿਰਦਰਦੀ ਨਹੀਂ। ਮੈਨੂੰ ਪਤਾ ਹੈ ਮੈਂ ਕੀ ਕਰਨਾ ਤੇ ਕਿੱਦਾਂ ਕਰਨਾ ਹੈ। ਇੰਨਾ ਕਹਿ ਕੇ ਮਾਂ ਰਸੋਈ ਵਿੱਚ ਚਲੀ ਗਈ। ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਜਦੋਂ ਪਾਪਾ ਜਿਉਂਦੇ ਸੀ, ਉਦੋਂ ਵੀ ਮਾਂ ਇਹੀ ਜਿੱਦ ਕਰਦੀ ਸੀ ਕਿ ਮੈਂ ਇਸ ਮੁਹੱਲੇ ਵਿੱਚ ਨਹੀਂ ਰਹਿਣਾ ਚਾਹੁੰਦੀ ਤੇ ਦੂਜੇ ਮੁਹੱਲੇ ਵਿੱਚ ਚੱਲੋ। ਪਰ ਮੇਰੇ ਪਾਪਾ ਹਮੇਸ਼ਾ ਇਹ ਕਹਿ ਕੇ ਮਨਾ ਕਰ ਦਿੰਦੇ ਸੀ ਕਿ ਮੇਰੀ ਤਨਖਾਹ ਘੱਟ ਹੈ, ਮੈਂ ਤੇਰੇ ਲਈ ਨਵਾਂ ਘਰ ਨਹੀਂ ਲੈ ਸਕਦਾ। ਕਿਉਂਕਿ ਪਾਪਾ ਇੱਕ ਬੈਂਕ ਵਿੱਚ ਨੌਕਰੀ ਕਰਦੇ ਸੀ ਤੇ ਚੰਗਾ ਪੈਸਾ ਕਮਾ ਰਹੇ ਸੀ। ਉਸ ਤੋਂ ਬਾਅਦ ਇੱਕ ਨਵਾਂ ਘਰ ਉਹ ਨਹੀਂ ਲੈ ਸਕਦੇ ਸੀ। ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ, ਫਿਰ ਉਹ ਕਿੱਦਾਂ ਇੱਕ ਨਵਾਂ ਘਰ ਲੈਣ ਦੀ ਗੱਲ ਕਰ ਰਹੀ ਸੀ? ਇਹ ਗੱਲ ਮੈਨੂੰ ਬਹੁਤ ਅਜੀਬ ਲੱਗੀ। ਮੇਰਾ ਦਿਮਾਗ ਬਹੁਤ ਤੇਜ਼ ਕੰਮ ਕਰ ਰਿਹਾ ਸੀ। ਮੈਂ ਇੱਕ ਹੀ ਪਲ ਵਿੱਚ ਜਿੱਦਾਂ ਬਹੁਤ ਵੱਡੀ ਹੋ ਗਈ ਸੀ। ਹੁਣ ਮੈਂ ਹਰ ਚੀਜ਼ ਨੂੰ ਧਿਆਨ ਨਾਲ ਦੇਖਣ ਲੱਗੀ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗੀ। ਅੱਜ ਰਾਤ ਵੀ ਮਾਂ ਨੇ ਮੈਨੂੰ ਨੀਂਦ ਤੋਂ ਉਠਾਇਆ। ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਮੈਂ ਜਲਦੀ ਤੋਂ ਜਲਦੀ ਜੂਸ ਲੈ ਕੇ ਵਾਪਸ ਕਮਰੇ ਵਿੱਚ ਆ ਜਾਵਾਂ ਤਾਂ ਕਿ ਮੈਨੂੰ ਬਾਹਰ ਨਾ ਸੌਣਾ ਪਵੇ, ਪਰ ਮੇਰੀ ਕਿਸਮਤ ਖਰਾਬ ਸੀ। ਜਦੋਂ ਮੈਂ ਵਾਪਸ ਆਈ, ਕਮਰੇ ਨੂੰ ਅੰਦਰੋਂ ਕੁੰਡੀ ਲੱਗ ਚੁੱਕੀ ਸੀ। ਸਵੇਰ ਹੋਈ ਤਾਂ ਮੈਂ ਮਾਂ ਨੂੰ ਕਿਹਾ ਕਿ ਮਾਂ, ਤੁਸੀਂ ਜਿਹੜਾ ਜੂਸ ਮੰਗਵਾਇਆ ਸੀ ਉਹ ਤੁਸੀਂ ਕਦੋਂ ਪੀਤਾ? ਮਾਂ ਨੇ ਮੈਨੂੰ ਗੁੱਸੇ ਨਾਲ ਦੇਖਿਆ ਤੇ ਕਿਹਾ, ਤੂੰ ਅੱਜ-ਕੱਲ੍ਹ ਬਹੁਤ ਸਵਾਲ ਜਵਾਬ ਕਰਨ ਲੱਗੀ ਹੈ। ਮੈਂ ਮਾਂ ਨੂੰ ਕਿਹਾ, ਮੈਂ ਇਸ ਲਈ ਪੁੱਛ ਰਹੀ ਸੀ ਕਿਉਂਕਿ ਜਦੋਂ ਮੈਂ ਜੂਸ ਲੈ ਕੇ ਆਈ ਤਾਂ ਤੁਸੀਂ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ। ਮੈਂ ਇੰਤਜ਼ਾਰ ਕਰਦੀ ਹੀ ਬਾਹਰ ਸੌਂ ਗਈ। ਕੀ ਤੁਹਾਡਾ ਜੂਸ ਬਿੱਲੀ ਤਾਂ ਨਹੀਂ ਪੀ ਗਈ? ਇਸ ਲਈ ਪੁੱਛ ਰਹੀ ਹਾਂ। ਮਾਂ ਹੱਸਣ ਲੱਗੀ ਤੇ ਮਾਂ ਨੇ ਕਿਹਾ, ਪਾਗਲ, ਮੈਂ ਕੁੰਡੀ ਇਸ ਲਈ ਲਾਈ ਸੀ, ਮੈਂ ਆਪਣੇ ਕੱਪੜੇ ਬਦਲ ਰਹੀ ਸੀ ਤੇ ਤੂੰ ਇੱਕਦਮ ਦਰਵਾਜ਼ਾ ਨਾ ਖੋਲ੍ਹ ਦੇਵੇਂ। ਮੈਨੂੰ ਬਹੁਤ ਗਰਮੀ ਲੱਗ ਰਹੀ ਸੀ। ਮੈਂ ਆਪਣੇ ਕੱਪੜੇ ਬਦਲ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਤੂੰ ਦਰਵਾਜ਼ੇ ਤੇ ਹੀ ਸੌਈ ਸੀ ਤੇ ਮੈਂ ਤੈਨੂੰ ਚੁੱਕ ਕੇ ਬੈੱਡ ਤੇ ਪਾ ਦਿੱਤਾ ਤੇ ਜੂਸ ਪੀ ਲਿਆ ਸੀ। ਤੈਨੂੰ ਪਤਾ ਨਹੀਂ, ਰਾਤ ਨੂੰ ਮੇਰੀ ਤਾਂ ਸਿਹਤ ਖਰਾਬ ਹੋ ਜਾਂਦੀ ਹੈ, ਜੂਸ ਪੀਣ ਦੀ ਲੋੜ ਪੈਂਦੀ ਹੈ, ਗਰਮੀ ਵੀ ਲੱਗਦੀ ਹੈ। ਆਪਣੇ ਘਰ ਕਿਹੜਾ ਏਸੀ ਹੈ? ਤੂੰ ਫਿਕਰ ਨਾ ਕਰ, ਮੈਂ ਬਹੁਤ ਜਲਦੀ ਏਸੀ ਲਗਾ ਲਵਾਂਗੀ। ਅਚਾਨਕ ਮੇਰੀ ਮਾਂ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗੀ ਸੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਜਾਂਦੀ। ਸਾਡੇ ਕੋਲ ਇੰਨੇ ਪੈਸੇ ਨਹੀਂ ਸੀ, ਫਿਰ ਵੀ ਮਾਂ ਜਾਣੇ ਇੱਦਾਂ ਦੀਆਂ ਗੱਲਾਂ ਕਿਉਂ ਕਰਦੀ ਸੀ। ਮਾਂ ਹਰ ਵਕਤ ਇੱਦਾਂ ਦੀਆਂ ਗੱਲਾਂ ਕਰਦੀ ਹੀ ਰਹਿੰਦੀ ਸੀ।
ਮੈਂ ਸਕੂਲ ਤੋਂ ਵਾਪਸ ਆਈ ਤਾਂ ਉਦਾਸ ਸੀ। ਮੇਰੀ ਮਾਂ ਨੇ ਕਿਹਾ, "ਤੂੰ ਉਦਾਸ ਕਿਉਂ ਹੈ?" ਮੈਂ ਮਾਂ ਨੂੰ ਕਿਹਾ ਕਿ ਮਾਂ, ਮੈਨੂੰ ਸਕੂਲ ਦੇ ਕੰਮਾਂ ਲਈ ਇੱਕ ਲੈਪਟਾਪ ਚਾਹੀਦਾ ਸੀ। ਤੁਸੀਂ ਮੈਨੂੰ ਐਡੇ ਵੱਡੇ ਸਕੂਲ ਪਾਇਆ ਹੈ। ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਮੈਨੂੰ ਕਿਸੇ ਸਰਕਾਰੀ ਸਕੂਲ ਵਿੱਚ ਪਾ ਦਿੰਦੇ। ਇਸ ਤਰ੍ਹਾਂ ਦੀ ਚੀਜ਼ਾਂ ਦੀ ਲੋੜ ਨਾ ਪੈਂਦੀ। ਮਾਂ ਕਹਿਣ ਲੱਗੀ, "ਤੂੰ ਇਹ ਗੱਲਾਂ ਦਿਲ ਤੇ ਨਾ ਲਾਇਆ ਕਰ। ਜਲਦੀ ਨਾਲ ਰੋਟੀ ਖਾ ਲੈ ਤੇ ਆਰਾਮ ਕਰ।" ਮੈਂ ਰੋਟੀ ਖਾਧੀ ਤੇ ਸੌਣ ਚਲੀ ਗਈ। ਮਾਂ ਘਰ ਤੋਂ ਬਾਹਰ ਚਲੀ ਗਈ ਸੀ। ਸ਼ਾਮ ਨੂੰ ਮੇਰੀ ਮਾਂ ਨੇ ਮੈਨੂੰ ਜਗਾਇਆ ਤਾਂ ਕਹਿਣ ਲੱਗੀ, "ਤੇਰੇ ਲਈ ਮੇਰੇ ਕੋਲ ਇੱਕ ਸਰਪ੍ਰਾਈਜ਼ ਹੈ।" ਮੈਂ ਹੈਰਾਨ ਹੋਈ ਤੇ ਸੋਚਣ ਲੱਗੀ, ਆਖਰ ਮਾਂ ਮੇਰੇ ਲਈ ਕੀ ਲੈ ਕੇ ਆਈ ਹੈ। ਮੈਂ ਅੱਖਾਂ ਮਲਦੀ ਬਾਹਰ ਆਈ ਤਾਂ ਸਾਹਮਣੇ ਡੱਬੇ ਵਿੱਚ ਬੰਦ ਲੈਪਟਾਪ ਪਿਆ ਸੀ। ਇਹ ਲੈਪਟਾਪ ਦੇਖ ਕੇ ਮੇਰੀ ਨੀਂਦ ਉੱਡ ਗਈ ਸੀ। ਮੈਂ ਹੈਰਾਨ ਰਹਿ ਗਈ ਸੀ। ਮਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ? ਮਾਂ ਕਹਿਣ ਲੱਗੀ, "ਤੂੰ ਇਸ ਦੀ ਫਿਕਰ ਨਾ ਕਰ। ਜੋ ਕੁਝ ਵੀ ਕਰਦੀ ਹਾਂ ਸਿਰਫ ਤੇਰੇ ਲਈ ਕਰਦੀ ਹਾਂ।" ਮੈਂ ਬਹੁਤ ਖੁਸ਼ ਸੀ, ਬਾਕੀ ਹਰ ਚੀਜ਼ ਭੁੱਲ ਗਈ ਸੀ। ਮਾਂ ਨੂੰ ਕਿਹਾ ਕਿ ਮੈਂ ਆਪਣੀ ਦੋਸਤ ਤੋਂ ਇਸ ਨੂੰ ਚਲਾਉਣਾ ਸਿੱਖ ਕੇ ਆਉਂਦੀ ਹਾਂ। ਸਾਡੇ ਗੁਆਂਢ ਵਿੱਚ ਮੇਰੀ ਇੱਕ ਸਹੇਲੀ ਰਹਿੰਦੀ ਸੀ, ਮੇਰੀ ਕਲਾਸਮੇਟ ਵੀ ਸੀ। ਉਸ ਦੇ ਕੋਲ ਪਹਿਲਾਂ ਹੀ ਲੈਪਟਾਪ ਸੀ, ਇਸ ਲਈ ਮੈਂ ਉਸ ਤੋਂ ਚਲਾਉਣਾ ਸਿੱਖਣ ਗਈ ਸੀ। ਉਸ ਨੂੰ ਆਉਂਦਾ ਸੀ ਤੇ ਉਹ ਮੇਰੀ ਮਦਦ ਕਰ ਦੇਵੇਗੀ। ਪਰ ਜਦੋਂ ਮੈਂ ਉਸ ਦੇ ਘਰ ਗਈ ਤਾਂ ਮੇਰਾ ਲੈਪਟਾਪ ਦੇਖ ਕੇ ਉਹ ਹੈਰਾਨ ਹੋ ਗਈ। ਉਸਨੇ ਕਿਹਾ ਕਿ ਮੈਂ ਆਪਣੇ ਪਾਪਾ ਤੋਂ ਇਹੀ ਲੈਪਟਾਪ ਮੰਗਿਆ ਸੀ, ਪਰ ਉਹ ਮੇਰੇ ਲਈ ਗੰਦਾ ਜਿਹਾ ਲੈਪਟਾਪ ਲੈ ਕੇ ਆ ਗਏ। ਮੈਨੂੰ ਇਸੇ ਕੰਪਨੀ ਦਾ ਲੈਪਟਾਪ ਚਾਹੀਦਾ ਸੀ। ਉਸ ਦੀ ਮੰਮੀ ਮੇਰਾ ਲੈਪਟਾਪ ਦੇਖਣ ਲੱਗੀ ਤਾਂ ਕਹਿਣ ਲੱਗੀ, "ਸੱਚ ਵਿੱਚ ਇਹ ਤਾਂ ਬਹੁਤ ਸੋਹਣਾ ਹੈ।" ਉਹ ਮੈਨੂੰ ਪੁੱਛਣ ਲੱਗੀ, "ਤੂੰ ਕਿੱਥੋਂ ਲੈ ਕੇ ਆਈ ਹੈ?" ਮੈਂ ਕਿਹਾ, "ਇਹ ਮੇਰਾ ਹੈ, ਮੇਰੀ ਮਾਂ ਮੇਰੇ ਲਈ ਲੈ ਕੇ ਆਈ ਹੈ।" ਮੇਰੇ ਦੋਸਤ ਦੀ ਮਾਂ ਨੇ ਮੇਰੇ ਵੱਲ ਬੜੇ ਧਿਆਨ ਨਾਲ ਦੇਖਿਆ ਤੇ ਕਹਿਣ ਲੱਗੀ, "ਤੇਰੀ ਮਾਂ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਕਿ ਉਹ ਲੈਪਟਾਪ ਖਰੀਦਦੀ ਫਿਰਦੀ ਹੈ?" ਮੈਂ ਕਿਹਾ, "ਆਂਟੀ, ਤੁਸੀਂ ਜਾਣਦੇ ਹੋ ਮੇਰੀ ਮਾਂ ਘਰ-ਘਰ ਕੰਮ ਕਰਦੀ ਹੈ। ਹੋ ਸਕਦਾ ਉਹਨਾਂ ਨੇ ਆਪਣੀ ਮਾਲਕਣ ਤੋਂ ਪੈਸੇ ਲਏ ਹੋਣ।" ਉਹ ਹੱਸਣ ਲੱਗੀ ਤੇ ਕਹਿਣ ਲੱਗੀ, "ਚੰਗਾ, ਮੇਰਾ ਘਰ ਵਾਲਾ ਤਾਂ ਚੰਗਾ ਭਲਾ ਕਮਾਉਂਦਾ। ਤੈਨੂੰ ਪਤਾ ਇੱਕ ਆਫਿਸ ਵਿੱਚ ਚੰਗੀ ਪੋਸਟ ਤੇ ਕੰਮ ਕਰਦਾ, ਪਰ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਆਪਣੀ ਕੁੜੀ ਨੂੰ ਤੇਰੇ ਵਰਗਾ ਮਹਿੰਗਾ ਲੈਪਟਾਪ ਲੈ ਕੇ ਦੇ ਸਕੀਏ। ਫਿਰ ਤੂੰ ਮੈਨੂੰ ਇੱਕ ਗੱਲ ਦੱਸ, ਤੇਰੀ ਮਾਂ ਸਾਰਾ ਦਿਨ ਘਰ ਤੋਂ ਨਹੀਂ ਨਿਕਲਦੀ। ਕਿਹੜਾ ਕੰਮ ਕਰਦੀ ਹੈ ਘਰ ਵਿੱਚ? ਉਸਨੇ ਕੋਈ ਸੈਂਟਰ ਖੋਲ੍ਹ ਰੱਖਿਆ ਹੈ?" ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਮੈਂ ਕਿਹਾ, "ਨਹੀਂ ਨਹੀਂ, ਮੇਰੀ ਮਾਂ ਕੰਮ ਕਰਦੀ ਹੈ, ਵੱਡੀਆਂ-ਵੱਡੀਆਂ ਹਵੇਲੀਆਂ ਵਿੱਚ ਸਾਰਾ ਦਿਨ ਉੱਥੇ ਰਹਿੰਦੀ ਹੈ।" ਤੇ ਉਹ ਕਹਿਣ ਲੱਗੀ, "ਝੂਠ ਕਿਤੇ ਹੋਰ ਜਾ ਕੇ ਬੋਲੀ। ਤੇਰੀ ਮਾਂ ਸਾਰਾ ਦਿਨ ਘਰ ਹੀ ਹੁੰਦੀ ਹੈ। ਅਸੀਂ ਇਹਨੂੰ ਹਮੇਸ਼ਾ ਘਰ ਹੀ ਦੇਖਿਆ ਹੈ। ਫਿਰ ਰਾਤ ਨੂੰ ਇੱਕ ਵੱਡੀ ਕਾਲੀ ਗੱਡੀ ਆ ਕੇ ਤੁਹਾਡੇ ਘਰ ਕੋਲ ਰੁਕਦੀ ਹੈ। ਮਹੱਲੇ ਵਾਲੇ ਇਸ ਗੱਲ ਤੋਂ ਬਹੁਤ ਨਾਰਾਜ਼ ਨੇ। ਮੈਂ ਤਾਂ ਇੱਥੇ ਤੱਕ ਸੁਣਿਆ ਕਿ ਮਹੱਲੇ ਵਾਲਿਆਂ ਨੇ ਸੋਚਿਆ ਹੈ ਤੇਰੀ ਮਾਂ ਨੂੰ ਇਸ ਮਹੱਲੇ ਵਿੱਚੋਂ ਬਾਹਰ ਕੱਢਣਾ, ਕਿਉਂਕਿ ਇਹ ਸ਼ਰੀਫਾਂ ਦਾ ਮਹੱਲਾ ਹੈ। ਉਸ ਦੀਆਂ ਹਰਕਤਾਂ ਠੀਕ ਨਹੀਂ ਹਨ। ਤੂੰ ਸਾਡੇ ਘਰ ਨਾ ਆਇਆ ਕਰ, ਨਹੀਂ ਤਾਂ ਮਹੱਲੇ ਵਾਲੇ ਸਾਡਾ ਰਹਿਣਾ ਵੀ ਔਖਾ ਕਰ ਦੇਣਗੇ।" ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਮੈਂ ਕਿਹਾ, "ਆਂਟੀ, ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਕੀ ਕਹਿ ਰਹੇ ਹੋ?" ਕਹਿਣ ਲੱਗੀ, "ਤੂੰ ਇੰਨੀ ਛੋਟੀ ਵੀ ਨਹੀਂ, 8ਵੀਂ ਵਿੱਚ ਪੜ੍ਹਦੀ ਹੈ। 8ਵੀਂ ਕਲਾਸ ਦੀਆਂ ਕੁੜੀਆਂ ਬਹੁਤ ਸਿਆਣੀਆਂ ਹੁੰਦੀਆਂ ਨੇ। ਮੈਨੂੰ ਪਤਾ ਤੂੰ ਆਪਣੀ ਮਾਂ ਦੇ ਨਾਲ ਮਿਲੀ ਹੋਈ ਹੈ, ਇਸ ਲਈ ਇੰਨਾ ਮਹਿੰਗਾ ਲੈਪਟਾਪ ਚੁੱਕ ਕੇ ਮੇਰੇ ਘਰ ਆ ਗਈ। ਜੇ ਤੂੰ ਸ਼ਰੀਫ ਹੁੰਦੀ ਤਾਂ ਇਹ ਲੈਪਟਾਪ ਦੇਖ ਕੇ ਮਾਂ ਨੂੰ ਸਵਾਲ ਕਰਦੀ ਕਿ ਆਖਰ ਉਸ ਕੋਲ ਇੰਨੇ ਪੈਸੇ ਕਿੱਥੋਂ ਆਏ ਨੇ। ਪਰ ਤੂੰ ਅਜਿਹਾ ਕੁਝ ਨਹੀਂ ਕੀਤਾ। ਇਸ ਦਾ ਮਤਲਬ ਇਹ ਹੈ ਕਿ ਤੂੰ ਆਪਣੀ ਮਾਂ ਦੇ ਧੰਦੇ ਵਿੱਚ ਬਰਾਬਰ ਦੀ ਹਿੱਸੇਦਾਰ ਹੈ।" ਮੈਂ ਅੱਖਾਂ ਵਿੱਚ ਹੰਝੂ ਲਈ ਆਪਣਾ ਲੈਪਟਾਪ ਚੁੱਕ ਕੇ ਘਰ ਆ ਗਈ ਸੀ। ਉਹਨਾਂ ਨੇ ਜੋ ਗੱਲਾਂ ਕਹੀਆਂ ਸੀ ਉਹ ਬਹੁਤ ਬੁਰੀਆਂ ਸੀ। ਉਹਨਾਂ ਨੇ ਮੇਰੇ ਤੇ ਮੇਰੀ ਮਾਂ ਦੇ ਚਰਿੱਤਰ ਤੇ ਉਂਗਲੀ ਚੁੱਕੀ ਸੀ ਤੇ ਸਾਡੇ ਲਈ ਧੰਦਾ ਸ਼ਬਦ ਦਾ ਇਸਤੇਮਾਲ ਕੀਤਾ ਸੀ, ਜੋ ਕਿ ਮੈਂ ਕਿਸੇ ਹਾਲ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮਾਂ ਨੇ ਜਦੋਂ ਮੇਰਾ ਰੋਂਦਾ ਚਿਹਰਾ ਦੇਖਿਆ, ਕਹਿਣ ਲੱਗੀ, "ਕੀ ਹੋਇਆ? ਤੂੰ ਇੰਨੀ ਉਦਾਸ ਕਿਉਂ ਹੈ?" ਤਾਂ ਮੈਂ ਕਿਹਾ ਕਿ ਮਾਂ, ਪੜੋਸ ਵਾਲੀ ਆਂਟੀ ਮੈਨੂੰ ਕੁਝ ਪੁੱਛ ਰਹੀ ਸੀ ਕਿ ਤੇਰੀ ਮਾਂ ਕੋਲ ਇੰਨੇ ਪੈਸੇ ਕਿੱਥੋਂ ਆਏ? ਉਹਨਾਂ ਨੇ ਇੰਨਾ ਮਹਿੰਗਾ ਲੈਪਟਾਪ ਤੈਨੂੰ ਕਿੱਦਾਂ ਲੈ ਕੇ ਦੇ ਦਿੱਤਾ? ਮਾਂ ਨੇ ਕਿਹਾ, "ਤੂੰ ਇਹਨਾਂ ਲੋਕਾਂ ਦੀਆਂ ਗੱਲਾਂ ਦਿਲ ਤੇ ਨਾ ਲਾ। ਇਹ ਲੋਕ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ। ਇਹ ਤਾਂ ਉਦੋਂ ਦੁਖੀ ਹੋ ਜਾਣਗੇ ਜਦੋਂ ਮੈਂ ਨਵੀਂ ਕਾਰ ਲਵਾਂਗੀ। ਫਿਰ ਦੇਖੀਂ ਤੂੰ ਇਹਨਾਂ ਦੇ ਚਿਹਰੇ ਕਿੱਦਾਂ ਉਤਰਨਗੇ।" ਮੈਂ ਮਾਂ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ ਸੀ ਕਿ ਆਖਰ ਮਾਂ ਕੋਲ ਇੰਨੇ ਪੈਸੇ ਕਿੱਥੋਂ ਆ ਰਹੇ ਨੇ। ਹੁਣ ਆਂਟੀ ਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ। ਮੇਰਾ ਦਿਲ ਬੈਠਿਆ ਜਾ ਰਿਹਾ ਸੀ, ਕਿਤੇ ਜੋ ਕਹਿ ਰਹੀ ਸੀ ਉਹ ਸੱਚ ਤਾਂ ਨਹੀਂ ਸੀ, ਪਰ ਮੈਂ ਕਿਸੇ ਹਾਲ ਵਿੱਚ ਮੰਨਣ ਨੂੰ ਤਿਆਰ ਨਹੀਂ ਸੀ। ਮੇਰੀ ਮਾਂ ਦੇ ਚਰਿੱਤਰ ਵਿੱਚ ਕੋਈ ਖਰਾਬੀ ਹੈ। ਖੈਰ, ਮੈਂ ਸੋਚ ਲਿਆ ਸੀ ਕਿ ਹੁਣ ਮੈਂ ਇਸ ਗੱਲ ਦਾ ਪਤਾ ਲਗਾ ਕੇ ਹੀ ਰਹਾਂਗੀ, ਸੱਚਾਈ ਜਾਣ ਕੇ ਹੀ ਰਹਾਂਗੀ। ਰਾਤ ਨੂੰ ਫਿਰ ਮੈਂ ਮਾਂ ਨੇ ਮੈਨੂੰ ਨੀਂਦ 'ਚੋਂ ਉਠਾਇਆ ਤੇ ਜੂਸ ਮੰਗਿਆ। ਮੈਂ ਜੂਸ ਲੈ ਕੇ ਆਈ, ਪਰ ਫਿਰ ਮੇਰੀ ਅੱਖ ਲੱਗ ਗਈ। ਅੱਜ ਜੋ ਰਾਜ਼ ਮੈਂ ਪਤਾ ਕਰਨਾ ਚਾਹੁੰਦੀ ਸੀ ਨਹੀਂ ਕਰ ਸਕੀ, ਲੇਕਿਨ ਮੈਂ ਹਰ ਹਾਲ ਵਿੱਚ ਸੱਚ ਜਾਣਨਾ ਚਾਹੁੰਦੀ ਸੀ।
ਇਸ ਲਈ ਮੈਂ ਬਹਾਨਾ ਬਣਾਇਆ ਕਿ ਮਾਂ ਅੱਜ ਮੇਰੀ ਤਬੀਅਤ ਖਰਾਬ ਹੈ, ਮੈਂ ਸਕੂਲ ਨਹੀਂ ਜਾਣਾ ਚਾਹੁੰਦੀ। ਮੈਂ ਬਹਾਨਾ ਇਸ ਲਈ ਬਣਾਇਆ ਸੀ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਮੇਰੀ ਮਾਂ ਹਵੇਲੀਆਂ ਵਿੱਚ ਕੰਮ ਕਰਨ ਜਾਂਦੀ ਵੀ ਹੈ ਜਾਂ ਨਹੀਂ। ਮਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਘਬਰਾ ਗਈ ਤੇ ਕਹਿਣ ਲੱਗੀ, ਤੂੰ ਦਵਾਈ ਖਾ ਕੇ ਸਕੂਲ ਜਾ, ਤੇਰੀ ਪੜ੍ਹਾਈ ਦਾ ਹਰਜਾ ਹੋਣਾ। ਮੈਂ ਕਿਹਾ, ਮਾਂ ਅੱਜ ਮੈਂ ਸਕੂਲ ਨਹੀਂ ਜਾਣਾ। ਮੇਰੇ ਵਿੱਚ ਸਕੂਲ ਜਾਣ ਦੀ ਹਿੰਮਤ ਨਹੀਂ ਹੈ, ਮੈਂ ਨਹੀਂ ਜਾਵਾਂਗੀ। ਮਾਂ ਨੇ ਕਿਹਾ, ਠੀਕ ਹੈ, ਜੇ ਤੂੰ ਨਹੀਂ ਜਾਣਾ ਤਾਂ ਮੈਂ ਵੀ ਅੱਜ ਆਪਣੇ ਕੰਮ ਤੋਂ ਛੁੱਟੀ ਕਰ ਲੈਂਦੀ ਹਾਂ। ਆਪਣੀ ਧੀ ਨੂੰ ਬਿਮਾਰ ਛੱਡ ਕੇ ਮੈਂ ਕੰਮ ਤੇ ਨਹੀਂ ਜਾਣਾ। ਮੈਂ ਮਾਂ ਨੂੰ ਕਿਹਾ ਕਿ ਤੁਸੀਂ ਮੇਰੀ ਫਿਕਰ ਨਾ ਕਰੋ, ਆਪਣੇ ਕੰਮ ਤੇ ਜਾਓ, ਮੈਂ ਆਪਣਾ ਧਿਆਨ ਰੱਖ ਸਕਦੀ ਹਾਂ। ਮੈਂ ਵੱਡੀ ਹੋ ਗਈ ਹਾਂ। ਮਾਂ ਕਹਿਣ ਲੱਗੀ, ਨਹੀਂ, ਇਹ ਨਹੀਂ ਹੋ ਸਕਦਾ, ਤੂੰ ਬਿਮਾਰ ਹੈ ਤੇ ਮੈਂ ਕੰਮ ਕਰਦੀ ਫਿਰਾਂ। ਮੈਂ ਤੈਨੂੰ ਇਸ ਹਾਲ ਵਿੱਚ ਛੱਡ ਕੇ ਨਹੀਂ ਜਾਵਾਂਗੀ। ਮੇਰੇ ਦਿਲ ਨੂੰ ਸਕੂਨ ਨਹੀਂ ਆਵੇਗਾ। ਤੂੰ ਜਾਣਦੀ ਹੈ ਕਿ ਤੇਰੇ ਪਿਓ ਦੇ ਜਾਣ ਤੋਂ ਬਾਅਦ ਮੇਰਾ ਤੂੰ ਹੀ ਸਹਾਰਾ ਹੈ। ਕੀ ਕੰਮ ਕਰਦੀ ਹਾਂ ਤੇ ਤੇਰੇ ਲਈ ਪੈਸੇ ਇਕੱਠੇ ਕਰਦੀ ਹਾਂ। ਮੈਂ ਚੁੱਪ ਕਰ ਗਈ ਕਿਉਂਕਿ ਮੇਰੀ ਦਾਲ ਨਹੀਂ ਗਲੀ ਸੀ। ਮੈਂ ਮਾਂ ਬਾਰੇ ਜੋ ਪਤਾ ਕਰਨਾ ਸੀ ਉਹ ਨਹੀਂ ਕਰ ਸਕੀ। ਅੱਜ ਉਹ ਸਾਰਾ ਦਿਨ ਘਰ ਹੀ ਸੀ ਤੇ ਮੇਰਾ ਖਿਆਲ ਰੱਖ ਰਹੀ ਸੀ। ਉਸਨੇ ਮੈਨੂੰ ਕਿਹਾ ਕਿ ਚੱਲ ਡਾਕਟਰ ਕੋਲ ਚੱਲਦੇ ਹਾਂ, ਤੈਨੂੰ ਦਵਾਈ ਦਵਾਉਣੀ ਹਾਂ। ਲੇਕਿਨ ਮੈਂ ਜਾਣ ਤੋਂ ਮਨਾ ਕਰ ਦਿੱਤਾ। ਮੈਂ ਕਿਹਾ, ਮੈਂ ਠੀਕ ਹੋ ਜਾਵਾਂਗੀ। ਬਸ ਹੁਣ ਮੈਨੂੰ ਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ ਰਾਤ ਨੂੰ ਜਿਸ ਸਮੇਂ ਮਾਂ ਮੈਨੂੰ ਜੂਸ ਲੈਣ ਭੇਜਦੀ ਸੀ, ਮੈਂ ਸਾਰਾ ਰਾਜ ਪਤਾ ਕਰ ਸਕਦੀ ਸੀ। ਰਾਤ ਨੂੰ ਮੈਂ ਗਹਿਰੀ ਨੀਂਦ ਵਿੱਚ ਸੋਈ ਹੋਈ ਸੀ। ਜਦੋਂ ਮਾਂ ਨੇ ਮੈਨੂੰ ਉਠਾਇਆ ਤਾਂ ਕਹਿਣ ਲੱਗੀ, ਮੇਰੇ ਲਈ ਜੂਸ ਲੈ ਕੇ ਆ। ਮੈਂ ਕਿਹਾ, ਠੀਕ ਹੈ ਮਾਂ, ਮੈਂ ਲੈ ਕੇ ਆਉਣੀ ਹਾਂ। ਮੇਰੇ ਨਾਲ ਦੇ ਹੀ ਕਮਰੇ ਦੇ ਦਰਵਾਜ਼ੇ ਵਿੱਚੋਂ ਨਿਕਲ ਗਈ ਤੇ ਉਸੇ ਸਮੇਂ ਮਾਂ ਬਾਥਰੂਮ ਵਿੱਚ ਚਲੀ ਗਈ ਤੇ ਮੈਂ ਜਲਦੀ ਨਾਲ ਦੁਬਾਰਾ ਕਮਰੇ ਵਿੱਚ ਜਾ ਕੇ ਲੁੱਕ ਕੇ ਬੈਠ ਗਈ। ਮਾਂ ਨੂੰ ਪਤਾ ਹੀ ਨਾ ਲੱਗਾ ਕਿ ਮੈਂ ਵਾਪਸ ਕਮਰੇ ਵਿੱਚ ਆ ਗਈ ਹਾਂ। ਮਾਂ ਜਦੋਂ ਬਾਥਰੂਮ ਵਿੱਚੋਂ ਬਾਹਰ ਨਿਕਲੀ ਤਾਂ ਜਲਦੀ ਨਾਲ ਕਮਰੇ ਦੀ ਕੁੰਡੀ ਲਾ ਦਿੱਤੀ ਸੀ। ਫਿਰ ਉਹਨਾਂ ਨੇ ਜੋ ਕੀਤਾ ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮਾਂ ਨੇ ਕਮਰੇ ਦੀ ਬਾਰੀ ਖੋਲ੍ਹ ਦਿੱਤੀ ਸੀ ਤੇ ਕਿਸੇ ਨੂੰ ਇਸ਼ਾਰਾ ਕਰਕੇ ਕਮਰੇ ਵਿੱਚ ਬੁਲਾਉਣ ਲੱਗੀ। ਇਹ ਗੱਲ ਮੇਰੀ ਬਰਦਾਸ਼ਤ ਤੋਂ ਬਾਹਰ ਸੀ। ਇਸ ਤੋਂ ਪਹਿਲਾਂ ਮੈਂ ਕੁਝ ਕਹਿੰਦੀ, ਕਮਰੇ ਵਿੱਚ ਇੱਕ ਆਦਮੀ ਆ ਗਿਆ। ਉਸ ਨੇ ਖੁਦ ਨੂੰ ਸਿਰ ਤੋਂ ਪੈਰਾਂ ਤੱਕ ਚਾਦਰ ਵਿੱਚ ਲੁਕੋਇਆ ਸੀ। ਉਸ ਨੂੰ ਦੇਖ ਕੇ ਕਹਿਣ ਲੱਗੀ, ਚੰਗਾ ਹੋਇਆ ਤੂੰ ਆ ਗਿਆ, ਮੈਂ ਬੜੀ ਦੇਰ ਤੋਂ ਤੇਰਾ ਇੰਤਜ਼ਾਰ ਕਰ ਰਹੀ ਸੀ। ਮੈਂ ਦੀਦੀ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ। ਹੁਣ ਤੇਰੇ ਜਾਣ ਤੋਂ ਬਾਅਦ ਹੀ ਉਸ ਨੂੰ ਜਗਾਵਾਂਗੀ। ਮੈਨੂੰ ਕੁਝ ਪੈਸਿਆਂ ਦੀ ਲੋੜ ਹੈ ਤੇ ਮੈਨੂੰ ਕੁਝ ਪੈਸੇ ਦੇ, ਮੈਂ ਆਪਣੀ ਧੀ ਲਈ ਨਵੇਂ ਕੱਪੜੇ ਲੈਣਾ ਚਾਹੁੰਦੀ ਹਾਂ। ਉਸ ਨੇ ਬੜੀ ਗਰੀਬੀ ਵਿੱਚ ਦਿਨ ਕੱਢੇ ਨੇ, ਮੈਂ ਹੁਣ ਉਸ ਨੂੰ ਖੁਸ਼ੀਆਂ ਦੇਣਾ ਚਾਹੁੰਦੀ ਹਾਂ। ਹਾਲੇ ਤੱਕ ਉਸ ਆਦਮੀ ਨੇ ਆਪਣੇ ਮੂੰਹ ਤੋਂ ਚਾਦਰ ਨਹੀਂ ਉਤਾਰੀ ਸੀ। ਇੱਕਦਮ ਮੈਂ ਖੜੀ ਹੋ ਗਈ ਤੇ ਕਿਹਾ, ਮਾਂ ਤੁਸੀਂ ਸਭ ਕੀ ਕਰ ਰਹੇ ਹੋ? ਤੁਸੀਂ ਮੇਰੇ ਪਿਓ ਨਾਲ ਧੋਖਾ ਕਰ ਰਹੇ ਹੋ। ਮਾਂ ਮੈਂ ਭੁੱਖੀ ਮਰ ਜਾਂਦੀ ਪਰ ਕਦੀ ਤੁਹਾਨੂੰ ਸ਼ਿਕਾਇਤ ਨਾ ਕਰਦੀ। ਮੈਨੂੰ ਕੱਪੜੇ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਮੈਨੂੰ ਸਿਰਫ ਤੁਹਾਡੀ ਲੋੜ ਸੀ। ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਇਹ ਸਭ ਕਰੋਗੇ। ਤੁਸੀਂ ਇਹ ਸਭ ਕਿਉਂ ਕੀਤਾ? ਇੱਕ ਗੈਰ ਮਰਦ ਨੂੰ ਸਾਡੇ ਘਰ ਵਿੱਚ ਬੁਲਾ ਲਿਆ। ਇਸ ਦਾ ਮਤਲਬ ਮਹੱਲੇ ਵਾਲੇ ਜੋ ਗੱਲਾਂ ਕਰ ਰਹੇ ਨੇ ਸਭ ਠੀਕ ਨੇ? ਕੱਲ ਮੈਨੂੰ ਆਂਟੀ ਨੇ ਕਿਹਾ ਸੀ ਕਿ ਰਾਤ ਨੂੰ ਤੁਹਾਡੇ ਘਰ ਦੇ ਕੋਲ ਕਾਲੀ ਗੱਡੀ ਆ ਕੇ ਰੁਕਦੀ ਹੈ, ਉਸ ਵਿੱਚੋਂ ਕੋਈ ਆਦਮੀ ਨਿਕਲ ਕੇ ਤੇਰੇ ਘਰ ਜਾਂਦਾ ਹੈ। ਮਹੱਲੇ ਦੇ ਸਾਰੇ ਲੋਕ ਤੁਹਾਡੇ ਖਿਲਾਫ ਨੇ, ਉਹ ਸਾਨੂੰ ਇਸ ਮਹੱਲੇ ਚੋਂ ਕੱਢਣਾ ਚਾਹੁੰਦੇ ਨੇ। ਤੁਸੀਂ ਇਹ ਸਭ ਕਿਉਂ ਕੀਤਾ? ਮੈਂ ਕਿਸ ਨਜ਼ਰਾਂ ਮਿਲਾਵਾਂਗੀ? ਮੈਂ ਕਿਸੇ ਨਾਲ ਨਜ਼ਰਾਂ ਮਿਲਾਉਣ ਦੇ ਕਾਬਿਲ ਨਹੀਂ। ਹੁਣ ਸਾਨੂੰ ਇਸ ਮਹੱਲੇ ਵਿੱਚੋਂ ਕੱਢਿਆ ਜਾਵੇਗਾ। ਕੀ ਤੁਹਾਡੇ ਕੋਲ ਕੋਈ ਦੂਜਾ ਠਿਕਾਣਾ ਹੈ? ਦੱਸੋ ਮੈਨੂੰ, ਆਪਾਂ ਕਿੱਥੇ ਜਾਵਾਂਗੇ? ਉਸੇ ਸਮੇਂ ਉਸ ਆਦਮੀ ਨੇ ਆਪਣੇ ਸਿਰ ਤੋਂ ਚਾਦਰ ਉਤਾਰ ਦਿੱਤੀ। ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ। ਕੋਈ ਹੋਰ ਨਹੀਂ ਸਗੋਂ ਮੇਰਾ ਪਿਓ ਸੀ, ਜਿਸ ਦੀ ਮੌਤ ਹੋ ਚੁੱਕੀ ਸੀ, ਜਿਸ ਦੀ ਅਰਥੀ ਮੈਂ ਖੁਦ ਦੇਖੀ ਸੀ। ਮੈਂ ਕਿਹਾ, ਪਾਪਾ ਤੁਸੀਂ ਇੱਥੇ ਕਿੱਦਾਂ? ਉਹ ਕਹਿਣ ਲੱਗੇ, ਧੀਏ ਤੇਰਾ ਬਾਪ ਮਰਿਆ ਨਹੀਂ, ਜਿਉਂਦਾ ਹੈ। ਪਰ ਤੂੰ ਇਹ ਸਮਝ, ਮੈਂ ਜਿਉਂਦਾ ਹੋ ਕੇ ਵੀ ਮਰਿਆ ਹਾਂ। ਆਪਣੀ ਮਰਜ਼ੀ ਨਾਲ ਕਿਤੇ ਆ ਜਾ ਨਹੀਂ ਸਕਦਾ। ਮੈਂ ਆਪਣੇ ਆਪ ਨੂੰ ਇੱਕ ਘਰ ਵਿੱਚ ਬੰਦ ਕਰਕੇ ਰੱਖਿਆ ਹੈ। ਰਾਤ ਨੂੰ ਇਸ ਲਈ ਬਾਹਰ ਆਉਂਦਾ ਹਾਂ ਤਾਂ ਕਿ ਮੈਨੂੰ ਕੋਈ ਦੇਖ ਨਾ ਲਵੇ। ਇਸ ਲਈ ਮੈਂ ਆਪਣੇ ਜਿਉਂਦੇ ਰਹਿਣ ਦੀ ਖਬਰ ਲੁਕੋ ਕੇ ਰੱਖੀ ਹੈ। ਤੂੰ ਹਾਲੇ ਨਾ ਸਮਝ, ਤੂੰ ਇਹ ਗੱਲ ਕਿਸੇ ਹੋਰ ਨੂੰ ਨਾ ਦੱਸ ਦੇਵੇਂ। ਜੇ ਤੂੰ ਕਿਸੇ ਹੋਰ ਨੂੰ ਦੱਸ ਦਿੰਦੀ ਕਿ ਤੇਰਾ ਪਿਓ ਜਿਉਂਦਾ ਹੈ ਤਾਂ ਆਪਾਂ ਤਿੰਨੋਂ ਜੇਲ੍ਹ ਦੇ ਵਿੱਚ ਹੁੰਦੇ। ਇਸ ਵਜ੍ਹਾ ਨਾਲ ਮੈਂ ਚਾਹੁਣ ਦੇ ਬਾਵਜੂਦ ਵੀ ਤੈਨੂੰ ਨਹੀਂ ਮਿਲ ਸਕਿਆ। ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਸੀ। ਮੈਨੂੰ ਆਪਣੇ ਪਿਓ ਤੋਂ ਨਫ਼ਰਤ ਹੋਣ ਲੱਗੀ ਸੀ ਕਿ ਉਹਨਾਂ ਨੇ ਆਖਰ ਏਦਾਂ ਕਿਉਂ ਕੀਤਾ ਸੀ। ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਪਿਓ ਦਾ ਆਪਣੀ ਧੀ ਦੇ ਸਿਰ ਤੇ ਹੱਥ ਕਿੰਨਾ ਜ਼ਰੂਰੀ ਹੁੰਦਾ ਹੈ। ਕੀ ਤੁਸੀਂ ਭੁੱਲ ਗਏ? ਹਰ ਸਮੇਂ ਮੈਂ ਤੁਹਾਡੇ ਲਈ ਰੋਂਦੀ ਰਹਿੰਦੀ ਸੀ, ਤੁਹਾਨੂੰ ਯਾਦ ਕਰਦੀ ਰਹਿੰਦੀ ਸੀ। ਮੈਂ ਤੁਹਾਨੂੰ ਭੁੱਲ ਨਹੀਂ ਪਾ ਰਹੀ ਸੀ ਆਪਣੇ ਆਪ ਨੂੰ। ਤੁਸੀਂ ਮੇਰੇ ਤੋਂ ਲੁਕੋ ਕੇ ਰੱਖਿਆ, ਇਸ ਦੇ ਪਿੱਛੇ ਕੀ ਕਾਰਨ ਹੈ? ਤੁਸੀਂ ਮੈਨੂੰ ਸਾਰੀ ਗੱਲ ਦੱਸੋ। ਮੇਰੇ ਪਿਓ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਉਹ ਕਹਿਣ ਲੱਗਾ, ਮੇਰੀ ਤੇ ਤੇਰੀ ਮਾਂ ਦੀ ਸ਼ੁਰੂ ਤੋਂ ਤਮੰਨਾ ਸੀ ਕਿ ਸਾਡੀ ਸੰਤਾਨ ਨੂੰ ਅਸੀਂ ਪੜ੍ਹਾਈਏ ਲਿਖਾਈਏ, ਉਸ ਦੀ ਹਰ ਜ਼ਰੂਰਤ ਪੂਰੀ ਕਰੀਏ, ਉਸ ਨੂੰ ਦੁਨੀਆ ਦੀ ਹਰ ਖੁਸ਼ੀ ਦਈਏ। ਮੈਂ ਬੈਂਕ ਵਿੱਚ ਨੌਕਰੀ ਕਰਦਾ ਸੀ। ਮੇਰੀ ਤਨਖਾਹ ਇੰਨੀ ਨਹੀਂ ਸੀ ਕਿ ਤੁਹਾਡੇ ਲੋਕਾਂ ਲਈ ਇੱਕ ਨਵਾਂ ਘਰ ਬਣਾ ਸਕਾਂ, ਗੱਡੀ ਲੈ ਸਕਾਂ, ਤੈਨੂੰ ਮਹਿੰਗੇ ਸਕੂਲ 'ਚ ਪੜ੍ਹਾ ਸਕਾਂ। ਮੇਰੀ ਤਮੰਨਾ ਸੀ ਕਿ ਮੈਂ ਤੈਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਪਰ ਮੇਰੇ ਕੋਲ ਪੈਸੇ ਨਹੀਂ ਸੀ ਤੇ ਮੈਨੂੰ ਉਮੀਦ ਸੀ ਕਿ ਇੰਨੇ ਪੈਸੇ ਮੈਂ ਇਕੱਠੇ ਕਰ ਵੀ ਨਹੀਂ ਪਾਵਾਂਗਾ। ਉਹਨਾਂ ਦਿਨਾਂ ਵਿੱਚ ਬੈਂਕ ਵਿੱਚ ਇੱਕ ਨਵਾਂ ਰੂਲ ਆਇਆ ਸੀ ਕਿ ਪਤੀ-ਪਤਨੀ ਇੰਸ਼ੋਰੈਂਸ ਕਰਵਾਈ ਜਾਂਦੀ ਸੀ। ਪਤੀ-ਪਤਨੀ ਵਿੱਚੋਂ ਕੋਈ ਵੀ ਇੰਸ਼ੋਰੈਂਸ ਦੀ ਪੂਰੀ ਕਿਸ਼ਤ ਜਮ੍ਹਾਂ ਕਰਾਉਣ ਤੋਂ ਪਹਿਲਾਂ ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਉਸ ਦੇ ਜੀਵਨ ਸਾਥੀ ਨੂੰ ਇੰਸ਼ੋਰੈਂਸ ਦੇ ਸਾਰੇ ਪੈਸੇ ਮਿਲ ਜਾਂਦੇ ਸੀ। ਮੈਂ ਹੀ ਸਭ ਤੋਂ ਵੱਡੀ ਇੰਸ਼ੋਰੈਂਸ ਕਰਵਾਈ ਸੀ ਤਾਂ ਜੋ 10 ਲੱਖ ਰੁਪਏ ਸੀ। 4 ਕਿਸ਼ਤਾਂ ਕਰਵਾਈਆਂ ਸੀ। ਫਿਰ ਮੈਂ ਤੇ ਤੇਰੀ ਮਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਆਪਣੀ ਝੂਠੀ ਮੌਤ ਦਾ ਨਾਟਕ ਰਚਾਇਆ। ਮੈਂ ਜਾਣਦਾ ਸੀ ਕਿ ਇਹ ਗਲਤ ਹੈ, ਮੈਂ ਜੋ ਕੀਤਾ ਠੀਕ ਨਹੀਂ ਸੀ, ਪਰ ਮੈਂ ਕੀ ਕਰਦਾ, ਹਾਲਾਤ ਹੀ ਏਦਾਂ ਦੇ ਸੀ। ਸਾਡਾ ਗੁਜ਼ਾਰਾ ਘੱਟ ਪੈਸਿਆਂ ਨਾਲ ਨਹੀਂ ਹੋ ਰਿਹਾ ਸੀ। ਮੈਂ ਜ਼ਿਆਦਾ ਨਹੀਂ ਕਮਾ ਸਕਦਾ ਸੀ। ਧੋਖਾਧੜੀ ਤੋਂ ਇਲਾਵਾ ਮੈਨੂੰ ਹੋਰ ਕੋਈ ਰਾਸਤਾ ਨਹੀਂ ਦਿਸਿਆ। ਉਹਨਾਂ ਦਿਨਾਂ ਵਿੱਚ ਇੱਕ ਕੰਪਨੀ ਸੀ ਜੋ ਫਰਾਡ ਕਰਨ ਦੇ ਵਿੱਚ ਬਹੁਤ ਮਸ਼ਹੂਰ ਸੀ। ਮੈਂ ਉਹਨਾਂ ਦੀ ਮਦਦ ਦੇ ਨਾਲ ਹੀ ਆਪਣੀ ਮੌਤ ਦਾ ਸਾਰਾ ਸੀਨ ਬਣਾਇਆ ਸੀ। ਉਹਨਾਂ ਨੇ ਮੈਨੂੰ ਪੂਰਾ ਸਾਥ ਦਿੱਤਾ। ਫਿਰ ਸਭ ਚੁੱਪ ਕਰਕੇ ਮੇਰੀ ਅਰਥੀ ਨੂੰ ਬਦਲ ਦਿੱਤਾ ਸੀ। ਮੈਂ ਇਹਨਾਂ ਲੋਕਾਂ ਨੂੰ ਇਸ ਕੰਮ ਲਈ ਪੈਸੇ ਦਿੱਤੇ ਸੀ। ਉਸ ਤੋਂ ਬਾਅਦ ਮੇਰੀ ਮੌਤ ਦੀ ਵਜ੍ਹਾ ਨਾਲ ਤੇਰੀ ਮਾਂ ਨੂੰ ਸਾਡੇ ਦੋਨਾਂ ਦੇ ਇੰਸ਼ੋਰੈਂਸ ਦੇ 10 ਲੱਖ ਰੁਪਏ ਮਿਲ ਚੁੱਕੇ ਸੀ। ਉਹ ਪੈਸੇ ਮੇਰੇ ਕੋਲ ਹਨ ਜਿਨ੍ਹਾਂ ਨਾਲ ਅਸੀਂ ਤੇਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਾਂ। ਆਪਣੇ ਪਿਓ ਨੂੰ ਕਿਹਾ ਕਿ ਪਾਪਾ ਤੁਸੀਂ ਬਹੁਤ ਗਲਤ ਕੀਤਾ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਮੇਰੇ ਪਿਓ ਦੀਆਂ ਅੱਖਾਂ ਵਿੱਚ ਹੰਝੂ ਸੀ। ਉਹ ਕਹਿਣ ਲੱਗੇ, ਨਿਧੀ ਇਹ ਸਭ ਕਰਕੇ ਮੈਂ ਕਿਹੜਾ ਸਕੂਨ ਵਿੱਚ ਹਾਂ, ਬਸ ਤੇਰੇ ਲਈ ਕੀਤਾ ਜੋ ਵੀ ਕੀਤਾ। ਮੈਨੂੰ ਇਸ ਸਮੇਂ ਆਪਣੀ ਮਾਂ ਤੇ ਪਿਓ ਦੇ ਚਿਹਰੇ ਤੇ ਬਹੁਤ ਬੇਬਸੀ ਨਜ਼ਰ ਆ ਰਹੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ। ਮੈਂ ਆਪਣੇ ਪਿਓ ਦਾ ਹੱਥ ਚੁੰਮ ਲਿਆ ਤੇ ਕਿਹਾ, ਪਾਪਾ ਬੇਸ਼ੱਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਤੁਸੀਂ ਗਲਤ ਹੋ, ਲੇਕਿਨ ਮੇਰੇ ਲਈ ਤੁਸੀਂ ਹੀਰੋ ਹੋ। ਤੁਸੀਂ ਜੋ ਵੀ ਕੀਤਾ ਮੇਰਾ ਭਲਾ ਸੋਚ ਕੇ ਕੀਤਾ। ਮੈਂ ਕਦੀ ਇਸ ਤਰ੍ਹਾਂ ਇਲਜ਼ਾਮ ਤੁਹਾਨੂੰ ਨਹੀਂ ਦੇਵਾਂਗੀ। ਮੇਰਾ ਪਿਓ ਖੁਸ਼ ਹੋ ਗਿਆ ਸੀ ਤੇ ਮਹੱਲੇ ਵਿੱਚ ਮੇਰੀ ਮਾਂ ਦੀ ਜ਼ਿੰਦਗੀ ਤੰਗ ਹੋ ਗਈ ਸੀ। ਇਸ ਲਈ ਇਸ ਘਰ ਵਿੱਚੋਂ ਅਸੀਂ ਸ਼ਿਫਟ ਹੋ ਗਏ ਜਿੱਥੇ ਮੇਰੇ ਪਾਪਾ ਪਹਿਲਾਂ ਤੋਂ ਰਹਿ ਰਹੇ ਸੀ। ਮੈਨੂੰ ਸ਼ਹਿਰ ਦੇ ਵੱਡੇ ਸਕੂਲ ਵਿੱਚ ਐਡਮਿਸ਼ਨ ਸੀ। ਹੁਣ ਮੈਂ ਲਗਾਤਾਰ ਦਿਲ ਲਾ ਕੇ ਪੜ੍ਹਾਈ ਕਰ ਰਹੀ ਸੀ ਅਤੇ ਮੈਂ ਆਪਣੇ ਮਾਂ-ਪਿਓ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ। ਉਹਨਾਂ ਨੂੰ ਡਾਕਟਰ ਬਣ ਕੇ ਦਿਖਾਉਣਾ ਚਾਹੁੰਦੀ ਸੀ ਤੇ ਮੇਰੀ ਮਾਂ ਇੱਕ ਨਾਰਮਲ ਜ਼ਿੰਦਗੀ ਜੀ ਰਹੀ ਸੀ। ਪਰ ਇਸ ਵਿੱਚ ਮੇਰੇ ਪਿਓ ਦੀ ਬਹੁਤ ਵੱਡੀ ਕੁਰਬਾਨੀ ਹੈ। ਆਪਣੇ ਆਪ ਨੂੰ ਲੁਕੋ ਕੇ ਰੱਖਦੇ ਨੇ, ਕਿਤੇ ਆ ਜਾ ਨਹੀਂ ਸਕਦੇ। ਉਹਨਾਂ ਨੂੰ ਫੜੇ ਜਾਣ ਦਾ ਬਹੁਤ ਖਤਰਾ ਹੈ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ ਪਿਓ ਦਾ ਵੀਜ਼ਾ ਲਗਵਾ ਕੇ ਪੂਰੀ ਫੈਮਿਲੀ ਵਿਦੇਸ਼ ਵਿੱਚ ਸ਼ਿਫਟ ਹੋ ਜਾਈਏ, ਪਰ ਇਹ ਹੋਣਾ ਮੁਮਕਿਨ ਨਹੀਂ ਕਿਉਂਕਿ ਉਸ ਲਈ ਬਹੁਤ ਸਾਰੇ ਪੇਪਰਸ ਦੀ ਲੋੜ ਪੈਂਦੀ ਹੈ ਅਤੇ ਮੇਰੇ ਪਿਓ ਨੇ ਜੋ ਵੀ ਕੀਤਾ ਉਹ ਗਲਤ ਸੀ। ਉਸ ਦੀ ਵਜ੍ਹਾ ਨਾਲ ਇਹ ਸਭ ਨਹੀਂ ਹੋ ਸਕਦਾ ਸੀ। ਭਾਵੇਂ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਗਏ, ਪਰ ਉਹ ਘਰ ਵਿੱਚ ਕੈਦੀ ਬਣ ਕੇ ਰਹਿ ਗਏ। ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਰਹੀ ਹੈ। ਇਸ ਲਈ ਮੇਰਾ ਤੁਹਾਨੂੰ ਸਭ ਲੋਕਾਂ ਨੂੰ ਇਹੀ ਮਸ਼ਵਰਾ ਹੈ ਕਿ ਕਦੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ ਕਿਉਂਕਿ ਫਿਰ ਜ਼ਿੰਦਗੀ ਮੌਤ ਤੋਂ ਵੀ ਬਦਤਰ ਹੋ ਜਾਂਦੀ ਹੈ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਨੋਟੀਫਿਕੇਸ਼ਨ ਬੈਲ ਨੂੰ ਪ੍ਰੈਸ ਕਰ ਲਿਓ ਤਾਂ ਜੋ ਅਗਲੀ ਕਹਾਣੀ ਤੁਹਾਡੇ ਕੋਲ ਜਲਦੀ ਤੇ ਪਹਿਲਾਂ ਪਹੁੰਚੇ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।